Hello students, how are you all? So today we are going to discuss very important topic from your competitive exams point of view, that is significant figures. So what are significant figures? The significant figure in a number are all the certain digits plus one uncertain digit. ਬੱਚਿਓ ਜਦੋਂ ਅਸੀਂ ਐਕਸਪੈਰੀਮੈਂਟਸ ਦੇ ਵਿੱਚ ਕੋਈ ਇੰਸਟਰੂਮੈਂਟ ਯੂਜ਼ ਕਰਦੇ ਹਾਂ ਤਾਂ ਉਸ ਇੰਸਟਰੂਮੈਂਟ ਦੀ ਲਿਮਿਟੇਸ਼ਨਸ ਹੁੰਦੀਆਂ ਹਨ ਕਿ ਉਹ ਕਿਸ ਐਕੂਰੇਸੀ ਦੇ ਨਾਲ ਵੈਲਿਊਜ਼ ਔਰ ਡਾਟਾ ਕਾਊਂਟ ਕਰ ਸਕਦਾ ਹੈ ਜਾਂ ਮੈਜਰ ਕਰ ਸਕਦਾ ਹੈ। ਉਹਨਾਂ ਨੰਬਰਸ ਦੇ ਵਿੱਚ ਕੁਝ ਡਿਜਿਟਸ ਸਰਟਨ ਹੁੰਦੇ ਹਨ ਜਿਹੜੇ ਪਰਫੈਕਟਲੀ ਸ਼ਿਓਰ ਹੁੰਦੇ ਹਨ ਸਾਡੇ ਲਈ, ਅਤੇ ਲਾਸਟ ਡਿਜਿਟ ਅਨਸਰਟਨ ਹੁੰਦਾ ਹੈ। ਅਨਸਰਟਨ ਜਿਹਦੇ ਬਾਰੇ ਅਸੀਂ ਸ਼ਿਓਰ ਨਹੀਂ ਹੈ ਕਿ ਕੀ ਹੋ ਸਕਦਾ। ਇਸ ਤਰ੍ਹਾਂ ਜਦੋਂ ਅਸੀਂ ਇੰਸਟਰੂਮੈਂਟਸ ਦੀ ਹੈਲਪ ਦੇ ਨਾਲ ਡਾਟਾ ਮੈਜਰ ਕਰਦੇ ਹਾਂ ਤਾਂ ਉਸ ਡਾਟਾ ਵਿੱਚ ਜਾਂ ਉਸ ਡਾਟਾ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸਿਗਨੀਫਿਕੈਂਟ ਫਿਗਰਸ ਦੀ ਜ਼ਰੂਰਤ ਪੈਂਦੀ ਹੈ। ਸੋ ਸਿਗਨੀਫਿਕੈਂਟ ਫਿਗਰਸ ਦੇ ਵਿੱਚ ਕੁਝ ਸਰਟਨ ਡਿਜਿਟਸ ਹੁੰਦੇ ਹਨ ਪਲੱਸ ਵਨ ਅਨਸਰਟਨ ਡਿਜਿਟ ਹੁੰਦਾ ਹੈ। ਆਓ ਅਸੀਂ ਰੂਲਸ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਕਿਸੇ ਨੰਬਰ ਦੇ ਵਿੱਚ ਸਿਗਨੀਫਿਕੈਂਟ ਫਿਗਰਸ ਕੈਲਕੂਲੇਟ ਕਰਨੀਆਂ ਹਨ ਜਾਂ ਪਤਾ ਕਰਨੀਆਂ ਹਨ। ਸੋ ਫਸਟ ਰੂਲ ਇਜ਼ all non-zero digits are significant. For example, 6264 ਇੱਥੇ ਸਾਰੀਆਂ ਹੀ non-zero digits ਹਨ, ਇਸ ਕਰਕੇ ਇਸ ਜਗ੍ਹਾ ਤੇ ਸਾਡੇ ਕੋਲ ਸਿਗਨੀਫਿਕੈਂਟ ਫਿਗਰ ਇਹਦੀ ਕੀ ਆ ਜਾਏਗੀ 4। ਨੈਕਸਟ ਐਗਜ਼ਾਮਪਲ ਇਜ਼ 31.52 all non-zero digits, ਇਹਦਾ ਵੀ ਸਿਗਨੀਫਿਕੈਂਟ ਫਿਗਰ ਕੀ ਆਏਗਾ 4। ਨੈਕਸਟ 5.45 all non-zero digits, ਸਿਗਨੀਫਿਕੈਂਟ ਫਿਗਰ 3। ਠੀਕ ਹੈ ਜੀ। ਨੈਕਸਟ 55.7 ਇੱਥੇ ਵੀ ਸਾਰੀਆਂ ਹੀ ਨੌਨ ਜ਼ੀਰੋ ਡਿਜਿਟਸ ਹਨ, ਇਹ ਵੀ ਕੀ ਆ ਗਿਆ 3। ਨੈਕਸਟ 6.2316 all non-zero digits, so all are significant 1 2 3 4 5, so here 5 significant figures. Clear है? First rule, all non-zero digits are significant. Second rule ਤੇ ਚੱਲਦੇ ਹਾਂ। ਹੁਣ non-zero digits ਤੋਂ ਬਾਅਦ ਕੀ ਰਹਿ ਗਿਆ ਜ਼ੀਰੋਜ਼। ਜ਼ੀਰੋਜ਼ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਪੜ੍ਹਨਾ ਹੈ। ਸਭ ਤੋਂ ਪਹਿਲੀ ਕੈਟਾਗਰੀ ਦੇਖਦੇ ਹਾਂ, zeros between two non-zero digits are significant. two non-zero digits ਦੇ ਵਿੱਚ ਜਿਹੜੇ ਜ਼ੀਰੋਜ਼ ਆ ਜਾਂਦੇ ਹਨ ਉਹਨਾਂ ਨੂੰ ਅਸੀਂ ਟਰੈਪਡ ਜ਼ੀਰੋਜ਼ ਵੀ ਕਹਿ ਦਿੰਦੇ ਹਾਂ, ਇਨ ਬਿਟਵੀਨ ਜ਼ੀਰੋਜ਼ ਵੀ ਕਹਿ ਦਿੰਦੇ ਹਾਂ, ਅਤੇ ਉਹ ਸਾਰੇ ਹੀ ਜ਼ੀਰੋ ਸਿਗਨੀਫਿਕੈਂਟ ਹੁੰਦੇ ਹਨ। ਫॉर एग्जांपल 5005, ਹੁਣ ਇੱਥੇ ਤੁਸੀਂ ਦੇਖੋ ਕਿ 2 ਜ਼ੀਰੋ ਟਰੈਪਡ ਹਨ ਨੌਨ ਜ਼ੀਰੋ ਡਿਜਿਟਸ ਦੇ ਸੈਂਟਰ ਦੇ ਵਿੱਚ। ਸੋ ਰੂਲ ਦੇ ਅਕੋਰਡਿੰਗ all zeros between two non-zero digits are significant. So here significant figures are 4. Next example is 208. Here 3 significant figures. This zero is trapped zero, so it is significant. 2.005 ਆ ਜਿਹੜੇ ਜ਼ੀਰੋਜ਼ ਹੈਗੇ ਆ ਨੌਨ ਜ਼ੀਰੋ ਡਿਜਿਟਸ ਦੇ ਸੈਂਟਰ 'ਚ ਹੈਗੇ ਹਨ, ਇਸ ਕਰਕੇ ਇਹ ਵੀ ਟਰੈਪਡ ਜ਼ੀਰੋਜ਼ ਗਿਣਨਗੇ। ਸੋ ਇਸ ਜਗ੍ਹਾ 'ਤੇ ਸਾਡੇ ਕੋਲ significant figures 4. Next 3.0023, so here these two zeros are also trapped zeros 1 2 3 4 5, so 5 significant figures. Clear है? zeros between two non-zero digits, ਸਾਰੀਆਂ ਹੀ ਐਗਜ਼ਾਮਪਲਸ ਦੇ ਵਿੱਚ trapped zeros ਜਿਹੜੇ ਹੈ ਉਹ significant ਕਾਊਂਟ ਹੁੰਦੇ ਹਨ। Second type of zeros are leading zeros. Leading zeros are not significant. So leading zeros ਕਿਹੜੇ ਹੁੰਦੇ ਹਨ? Leading zeros ਹੁੰਦੇ ਹਨ ਜਿਹੜੇ ਕਿਸੇ non-zero digit ਦੇ left side ਤੇ ਆਉਂਦੇ ਹਨ।
For example, 0.0048. So these are leading zeros. They are not significant. So here the significant figures are 2. Next example, 0.325. So this is a leading zero. पहला आ रहा है नॉन ज़ीरो डिजिट्स तो पहला वो सिग्निफिकेंट नहीं होंगे, इस करके इत्थे सिग्निफिकेंट फिगर्स 3. नेक्स्ट 0.0003. So these all zeros are not significant. So here significant figure is 1. Next 0.0025. So these zeros are leading zeros. So here significant figures 2. Clear है? Leading zeros are not significant. So ਹੁਣ ਕਿਹੜੇ ਬਚ ਗਏ? Trailing zeros. Trail ਦਾ ਮਤਲਬ ਹੁੰਦਾ ਹੈ ਜਿਹੜੇ ਲਾਸਟ ਦੇ ਵਿੱਚ ਰਹਿ ਜਾਂਦੇ ਹਨ, ਪਿੱਛੇ ਰਹਿ ਜਾਂਦੇ ਹਨ, ਠੀਕ ਹੈ ਜੀ। ਹੁਣ ਇਹ ਟ੍ਰੇਲਿੰਗ ਜ਼ੀਰੋਜ਼ ਦੇ ਵਿੱਚ ਇਹਨੂੰ ਅਸੀਂ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਟ੍ਰੇਲਿੰਗ ਜ਼ੀਰੋਜ਼ ਨੂੰ ਯਾਦ ਰੱਖਣਾ ਹੈ ਕਿ ਜਦੋਂ ਵੀ ਇਫ ਦੇਅਰ ਇਜ਼ ਏ ਡੈਸੀਮਲ ਪੁਆਇੰਟ in the number, then all trailing zeros are significant. ਬੱਚਿਓ ਜਦੋਂ ਕਿਸੇ ਨੰਬਰ ਵਿੱਚ ਡੈਸੀਮਲ ਪੁਆਇੰਟ ਹੋਏਗਾ ਉਸ ਕੇਸ ਦੇ ਵਿੱਚ ਸਾਰੇ ਜ਼ੀਰੋਜ਼ ਜਿਹੜੇ ਨੌਨ ਜ਼ੀਰੋ ਡਿਜਿਟਸ ਦੇ ਰਾਈਟ ਸਾਈਡ ਤੇ ਮਤਲਬ ਪਿੱਛੇ ਲੱਗ ਰਹੇ ਹੋਣਗੇ ਉਹ ਸਾਰੇ ਹੀ ਸਿਗਨੀਫਿਕੈਂਟ ਗਿਣੇ ਜਾਣਗੇ। ਫॉर एग्जांपल ਦੇਖੋ ਧਿਆਨ ਨਾਲ 500.0 ਪੁਆਇੰਟ ਡੈਸੀਮਲ ਪੁਆਇੰਟ ਲੱਗਾ ਹੋਇਆ ਹੈ, ਇਸ ਕਰਕੇ ਇਹ ਸਾਰੇ ਹੀ ਸਿਗਨੀਫਿਕੈਂਟ ਹੋਣਗੇ। ਆ ਜ਼ੀਰੋਜ਼ ਵੀ ਸਿਗਨੀਫਿਕੈਂਟ ਗਿਣੇ ਜਾਣਗੇ। ਸੋ ਹੇਅਰ ਸਿਗਨੀਫਿਕੈਂਟ ਫਿਗਰਸ ਆਰ 4, 1 2 3 4. ਨੈਕਸਟ ਐਗਜ਼ਾਮਪਲ 0.00280. ਬਈ ਇੱਥੇ ਤੁਸੀਂ ਦੇਖੋ 3 ਜ਼ੀਰੋਜ਼ ਜਿਹੜੇ ਹੈਗੇ ਆ ਉਹ ਤਾਂ ਲੀਡਿੰਗ ਹਨ, ਇਸ ਕਰਕੇ ਇਹ ਨਾਟ ਸਿਗਨੀਫਿਕੈਂਟ, ਪਰ ਡੈਸੀਮਲ ਪੁਆਇੰਟ ਹੈ ਨੰਬਰ ਦੇ ਵਿੱਚ। ਸੋ ਦਿਸ ਇਜ਼ ਏ ਟ੍ਰੇਲਿੰਗ ਜ਼ੀਰੋ. It is significant. 1 2 3. So here 3 significant figures are there. Next example, इस नंबर ਵਿੱਚ ਵੀ देखो decimal point है। अगर decimal point ਹੁੰਦਾ है then ਜਿਹੜੇ zeros ਕਿਸੇ non zero digit ਦੇ last ਦੇ ਵਿੱਚ ਪਿੱਛੇ ਲੱਗਦੇ ਹਨ ਉਹ ਸਾਰੇ ਹੀ significant ਹੋਣਗੇ। So here significant figures are 6, 1 2 3 4 5 6. Next 0.3000. So here decimal point is there, so all the 3 trailing zeros are significant. So here significant figures are 1 2 3 4. This zero is not significant because it is a leading zero. Leading zeros are not significant. Clear है? Next ਸਾਡੇ ਕੋਲ ਕਿਹੜਾ ਬਚ ਗਿਆ? ਹੁਣ ਜੇਕਰ ਸਾਡੇ ਕੋਲ ਕਿਸੇ ਨੰਬਰ ਦੇ ਵਿੱਚ ਡੈਸੀਮਲ ਪੁਆਇੰਟ ਨਹੀਂ ਹੈ, if there is no decimal point then all trailing zeros are not significant. ਅਗਰ ਕਿਸੇ ਨੰਬਰ ਵਿੱਚ ਡੈਸੀਮਲ ਪੁਆਇੰਟ ਨਹੀਂ ਹੋਏਗਾ then ਜਿਹੜੇ ਪਿੱਛੇ ਜ਼ੀਰੋ ਲੱਗਣਗੇ ਕਿਸੇ ਨੌਨ ਜ਼ੀਰੋ ਡਿਜਿਟ ਦੇ ਉਹ ਸਿਗਨੀਫਿਕੈਂਟ ਨਹੀਂ ਗਿਣੇ ਜਾਣਗੇ। ਫॉर एग्जांपल ਦੇਖੋ ਇੱਥੇ ਇਸ ਕੇਸ ਦੇ ਵਿੱਚ 500 ਦੇ ਵਿੱਚ ਕੋਈ ਵੀ ਡੈਸੀਮਲ ਪੁਆਇੰਟ ਨਹੀਂ ਹੈ, ਇਸ ਕਰਕੇ these zeros are not significant. Clear है? देखो this is 500.0, ਇੱਥੇ ਪੁਆਇੰਟ ਲੱਗ ਗਿਆ, ਇਹ ਸਿਗਨੀਫਿਕੈਂਟ ਬਣ ਗਏ ਸਾਰੇ ਜ਼ੀਰੋ, ਠੀਕ ਹੈ ਜੀ। ਹੁਣ ਇੱਥੇ ਪੁਆਇੰਟ ਨਹੀਂ ਹੈ, ਇਸ ਕਰਕੇ ਇਹ ਸਿਗਨੀਫਿਕੈਂਟ ਨਹੀਂ ਹੋਣਗੇ। ਇੱਥੇ ਸਿਗਨੀਫਿਕੈਂਟ ਫਿਗਰ ਕੀ ਆਏਗਾ? 1, ਓਨਲੀ 1 ਸਿਗਨੀਫਿਕੈਂਟ ਫਿਗਰ। ਨੈਕਸਟ ਐਗਜ਼ਾਮਪਲ ਦਿਸ ਇਜ਼ ਕੌਮਾ। ਸੋ ਇਸ ਕੇਸ ਵਿੱਚ ਵੀ ਇਸ ਨੰਬਰ ਵਿੱਚ ਕੋਈ ਡੈਸੀਮਲ ਪੁਆਇੰਟ ਨਹੀਂ ਹੈ, ਇਸ ਕਰਕੇ these trailing zeros are not significant because there is no decimal point in the number. So here significant figures are only 3. Next 2400, there is no decimal point, so these trailing zeros are not significant. So here significant figure is 2. Clear है? ਇਸ ਤਰ੍ਹਾਂ ਤੁਸੀਂ ਇਹ ਰੂਲਸ ਆਪਣੇ ਧਿਆਨ ਵਿੱਚ ਰੱਖਣੇ ਹਨ। ਸਾਰੇ ਹੀ ਸਿਗਨੀਫਿਕੈਂਟ ਫਿਗਰਸ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਬੱਚਿਓ ਇੱਕ ਗੱਲ ਯਾਦ ਰੱਖਣੀ ਹੈ
ਕਈ ਵਾਰੀ ਅਸੀਂ ਸਾਇੰਟੀਫਿਕ ਨੋਟੇਸ਼ਨਸ ਲਿਖਦੇ ਹਾਂ। ਸੋ ਇਨ ਸਾਇੰਟੀਫਿਕ ਨੋਟੇਸ਼ਨਸ ਜਦੋਂ ਅਸੀਂ 10 ਰੇਜ਼ ਟੂ ਪਾਵਰ ਟਰਮਸ ਲਿਖਦੇ ਹਾਂ, 10 ਰੇਜ਼ ਪਾਵਰ n ਔਰ 10 ਰੇਜ਼ ਪਾਵਰ ਮਾਈਨਸ n ਸਮ ਨੰਬਰਸ, ਸੋ these numbers are not significant. 10 raised power terms are not significant. ਉਹਨਾਂ ਨੂੰ significant ਨਹੀਂ ਗਿਣਨਾ ਅਸੀਂ। ਬੱਚਿਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕਿਸੇ ਨੰਬਰ ਨੂੰ ਤੁਸੀਂ ਡਿਫਰੈਂਟ ਸਿਗਨੀਫਿਕੈਂਟ ਫਿਗਰਸ ਦੀ ਫਾਰਮ ਵਿੱਚ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਹੈ। ਮੰਨ ਲਓ ਤੁਹਾਨੂੰ ਇੱਕ ਨੰਬਰ ਦਿੱਤਾ ਜਾਂਦਾ ਹੈ 4268.28। ਇਹਨੂੰ ਤੁਸੀਂ ਵਨ ਸਿਗਨੀਫਿਕੈਂਟ ਫਿਗਰ ਦੀ ਫਾਰਮ 'ਚ ਲਿਖਣਾ ਹੈ। ਸੋ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ? ਵਨ ਸਿਗਨੀਫਿਕੈਂਟ ਫਿਗਰ, ਸੋ ਇਟ ਵਿਲ ਬੀ ਅਨਸਰਟਨ। ਉਹੀ ਨੰਬਰ ਅਨਸਰਟਨ ਹੋ ਸਕਦਾ ਹੈ। ਤੁਸੀਂ ਨੈਕਸਟ ਡਿਜਿਟ ਦੇਖਣਾ ਹੈ ਕਿ ਉਹ 5 ਤੋਂ ਲੈਸ ਹੈ ਜਾਂ ਗ੍ਰੇਟਰ ਹੈ। ਸੋ ਹੇਅਰ it is 2, it is less than 5. So here in terms of one significant figure it is 4. ਅਸੀਂ ਕੀ ਕਰਾਂਗੇ? 3 zeros ਲਗਾਵਾਂਗੇ, that is 4000, which is near to 4268.28. So here it is 4000 and there is only one significant figure in this number. ਜੇਕਰ ਅਸੀਂ ਇੱਥੇ ਪੁਆਇੰਟ ਲਗਾ ਦਿੰਦੇ ਹਾਂ ਜਾਂ ਪੁਆਇੰਟ ਲਗਾ ਕੇ 2 ਜ਼ੀਰੋ ਹੋਰ ਲਗਾ ਦਿੰਦੇ ਹਾਂ, ਤਾਂ ਤੁਹਾਨੂੰ ਯਾਦ ਹੋਵੇ ਅਗਰ ਕਿਸੇ ਨੰਬਰ ਦੇ ਵਿੱਚ ਪੁਆਇੰਟ ਆ ਜਾਂਦਾ ਹੈ ਦੈਨ ਟ੍ਰੇਲਿੰਗ ਜ਼ੀਰੋ ਸਾਰੇ ਸਿਗਨੀਫਿਕੈਂਟ ਹੋ ਜਾਂਦੇ ਹਨ। ਤੋ ਉਸ ਕੇਸ ਦੇ ਵਿੱਚ ਇਹ ਵਨ ਸਿਗਨੀਫਿਕੈਂਟ ਫਿਗਰ ਨਹੀਂ ਰਹੇਗਾ। ਸੋ ਅਗਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਇਸ ਵੈਲਿਊ ਨੂੰ, ਇਸ ਨੰਬਰ ਨੂੰ ਤੁਸੀਂ 2 ਸਿਗਨੀਫਿਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਲਿਖਣਾ ਹੈ ਤਾਂ ਕਿਸ ਤਰ੍ਹਾਂ ਲਿਖੋਗੇ? ਦੇਖੋ, 2 ਸਿਗਨੀਫਿਕੈਂਟ ਫਿਗਰਸ ਦੇ ਵਿੱਚੋਂ 1 ਸਰਟਨ ਵੈਲਿਊ ਹੋਏਗੀ, ਦੈਨ ਸੈਕੰਡ ਇਜ਼ ਅਨਸਰਟਨ। ਸੋ ਸਰਟਨ ਵੈਲਿਊ ਹੈ 4, ਇਹਨੂੰ ਅਸੀਂ ਐਜ਼ ਇਟ ਇਜ਼ ਲਿਖਾਂਗੇ। ਅਨਸਰਟਨ ਵੈਲਿਊ ਹੈ 2, ਉਸ ਤੋਂ ਨੈਕਸਟ ਵੈਲਿਊ ਇਜ਼ ਗ੍ਰੇਟਰ ਦੈਨ 5, ਸੋ 2 ਨੂੰ ਅਸੀਂ ਰਾਊਂਡ ਆਫ ਕਰ ਲਵਾਂਗੇ ਟੂ ਨੈਕਸਟ ਡਿਜਿਟ, ਦੈਟ ਇਜ਼ 3। ਨੈਕਸਟ ਅਸੀਂ ਕੀ ਕਰਾਂਗੇ? 2 ਜ਼ੀਰੋਜ਼ ਲਗਾ ਦੇਵਾਂਗੇ। ਹੁਣ ਤੁਸੀਂ ਇੱਕ ਗੱਲ ਨੋਟ ਕਰੋ, ਜਿੱਦਾਂ ਜਿੱਦਾਂ ਅਸੀਂ ਸਿਗਨੀਫਿਕੈਂਟ ਫਿਗਰਸ ਦੀ ਵੈਲਿਊ ਇਨਕਰੀਜ਼ ਕਰ ਰਹੇ ਹਾਂ, ਉਸ ਤਰ੍ਹਾਂ ਇਹ ਜਿਹੜੀ ਵੈਲਿਊ ਹੈ ਉਹ ਜ਼ਿਆਦਾ ਕਲੋਜ਼ ਹੁੰਦੀ ਜਾ ਰਹੀ ਹੈ ਇਸ ਪਰਟੀਕੂਲਰ ਨੰਬਰ ਦੇ। ਹੇਅਰ ਇਟ ਇਜ਼ 4300 which is closer to this number than simply 4000. So next is, अगर असी इस नंबर नू 3 significant figures की फॉर्म च लिखना है तो किस तरह लिखांगे? 2 are certain values, that is 4 2 ये certain values हो जाएंगियां, ते थर्ड जिहड़ी होएगी that is uncertain। इनू असी लिखण लई नेक्स्ट डिजिट देखांगे, इट इज़ ग्रेटर दैन 5, सो इनू राउंड ऑफ कर लवांगे असी इस तरह। सो इन दिस केस देयर आर 3 सिग्निफिकेंट फिगर्स। ठीक है जी। Thus we can say that the more significant figures you have, the more accurate is your value. Next, अगर इसी नंबर नू तुसी 4 significant figures दी फॉर्म विच लिखना है, first 3 digits are certain, fourth digit is uncertain, next value देखांगे it is less than 5, so इनू असी as it is लिख सकते हाँ। So here there is 4 significant figures। जे तुसी 5 significant figures दी फॉर्म विच लिखना है, then तुसी की करोगे? first 4 digits are certain and next digit is uncertain। उस तो अगली डिजिट देखोगे, if it is greater than 5 then इनू राउंड ऑफ कर लोगे, then it is 3। so here 5 significant figures are there। clear है? इस तरह तुसी राउंड ऑफ करना है किसी नंबर नू डिफरेंट सिग्निफिकेंट फिगर्स की फॉर्म दे विच। एक नंबर मैं तुहानू दिना हाँ, वो तुसी वीडियो नू पॉज करके तुसी ट्राई करो कि उस विच किस तरह सिग्निफिकेंट फिगर्स लिखे जाएंगे। सो दिस इज़ द नंबर। तुसी इनू 1 सिग्निफिकेंट फिगर की फॉर्म च, 2 सिग्निफिकेंट फिगर्स की फॉर्म च, 3 सिग्निफिकेंट फिगर्स की फॉर्म च, 4 सिग्निफिकेंट फिगर्स की फॉर्म दे विच इनू लिखना है। वीडियो नू पॉज कर सकते हो, वीडियो नू पॉज करके तुसी ट्राई करो किस तरह ये होएगा। सो फर्स्ट देखते हाँ 1 सिग्निफिकेंट फिगर, सो हेयर इट इज़ 2, सो नेक्स्ट वैल्यू इज़ 5, दिस इज़ अनसर्टन, नेक्स्ट वैल्यू इज़ 5। सो जे 5 आ जाता है तो अनसर्टन डिजिट इवन नंबर होंदा है, दैन उन्होंने असी की करना है? राउंड ऑफ कर लेना है,
then it is 3. So next 2 zeros. ओके 257 सीगा, इस करके 300 नियर इधे आ जाएगा. सो हेयर ओनली वन सिग्निफिकेंट फिगर इज देयर. सो इस वैल्यू ਨੂੰ अगर 2 सिग्निफिकेंट फिगर्स की फॉर्म च लिखना है तो 1 इज सर्टन, दैट इज फर्स्ट डिजिट इज सर्टन, नेक्स्ट इज अनसर्टन. अनसर्टन डिजिट ਦਾ ਨੈਕਸਟ ਦੇਖਾਂਗੇ, इट इज़ ग्रेटर दैन 5, ਇਹਨੂੰ ਅਸੀਂ ਰਾਉਂਡ ਆਫ ਕਰ ਲਵਾਂਗੇ. इट इज़ 6, 260. So here 2 significant figures are there. So 260 is closer to 257.2063. Next 3 significant figures the form ਦੇ ਵਿੱਚ देखो, first 2 digits are certain and third digit is uncertain. Uncertain digit ਤੋਂ next digit ਦੇਖਾਂਗੇ, it is less than 5. So ਇਹਨੂੰ ਅਸੀਂ 7 ਹੀ ਲਿਖ ਦੇਵਾਂਗੇ, ਰਾਉਂਡ ਆਫ ਕਰਕੇ ਨੈਕਸਟ ਡਿਜਿਟ ਨਹੀਂ ਕਰਾਂਗੇ. फोर्थ सिग्निफिकेंट फिगर्स की फॉर्म के इनू किस तरह लिखना है, देखो ध्यान ना. फर्स्ट 3 डिजिट्स आर सर्टन, नैक्सट डिजिट इज़ अनसर्टन. नैक्सट अनसर्टन डिजिट तो नैक्सट देखांगे विच इज़ लैस दैन 5. सो ये आ जाएगा साढ़े को 2. अगर इस वैल्यू दे विच असीं 5 सिग्निफिकेंट फिगर्स की फॉर्म च लिखना है, फिर किस तरह लिखूंगे. इट इज़ फर्स्ट 4 डिजिट्स आर सर्टन एंड फिफ्थ डिजिट इज़ अनसर्टन. सो नैक्सट वैल्यू इज़ ग्रेटर दैन 5. सो इनू असी राउंड ऑफ कर लवांगे. इट इज़ 257.21. सो इस वैल्यू नू असी जिस तरह सिग्निफिकेंट फिगर्स की वैल्यू या सिग्निफिकेंट फिगर्स इनक्रीज़ करते जाते हाँ, वो वैल्यू जी आ रही है वो इस नंबर के क्लोज होंदी जाती है, उन्नी क्लोज आ जाती है. ठीक है जी. इस तरह असी सिग्निफिकेंट फिगर्स कैलकुलेट कर सकते हाँ. एक क्वेश्चन थोड़े लिए है कि हाउ कैन यू राउंड ऑफ 100 दैट इज 100 टू 2 सिग्निफिकेंट फिगर्स. अगर असी ये देखते हाँ कि इस 100 दे विच सिर्फ 1 सिग्निफिकेंट फिगर है. ठीक है जी. इस वैल्यू नू तुसी किस तरह रिप्रजेंट करोगे कि ये 2 सिग्निफिकेंट फिगर्स की फॉर्म दे विच आ जाएगी. ये क्वेश्चन थोड़े लिए है, कमेंट्स दे विच तुसी इसका आंसर पोस्ट करो.